ਸਾਰੇ ਭੈਣ ਭਰਾਵਾਂ ਨੂੰ ਜੈਮ ਸੀ ਦੀ ਐਸਤਰ ਪ੍ਰੋਡਕਸ਼ਨ YouTube ਚੈਨਲ ਤੇ ਸਾਰਿਆਂ ਭੈਣ ਭਰਾਵਾਂ ਦਾ ਸਵਾਗਤ ਕਰਦੇ ਹਾਂ। ਉਮੀਦ ਹੈ ਕਿ ਇਹ ਵੀਡੀਓ ਤੁਹਾਨੂੰ ਬਹੁਤ ਪਿਆਰੀ ਲੱਗੇਗੀ, ਇਸ ਲਈ ਇਸ ਨੂੰ ਸ਼ੇਅਰ ਜ਼ਰੂਰ ਕਰ ਦੇਣਾ। ਆਓ ਫਿਰ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਪਰਮੇਸ਼ਵਰ ਦੇ ਪਿਆਰਿਓ, ਇਸ ਵੀਡੀਓ ਵਿੱਚ ਅਸੀਂ ਅਬਰਾਹਮ ਦੇ ਉਸ ਜੀਵਨ ਬਾਰੇ ਗੱਲ ਕਰਾਂਗੇ ਜਦੋਂ ਉਸ ਦੇ ਜੀਵਨ ਦੀ ਪ੍ਰੀਖਿਆ ਕੀਤੀ ਗਈ ਸੀ। ਮੇਰਾ ਵਿਸ਼ਵਾਸ ਹੈ ਕਿ ਇਸ ਵੀਡੀਓ ਤੋਂ ਤੁਸੀਂ ਬਹੁਤ ਵੱਡੀ ਆਸ਼ੀਸ਼ ਪਾਓਗੇ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਅਬਰਾਹਮ ਦਾ ਪੁੱਤਰ ਇਸਹਾਕ, ਜੋ ਕਿ ਉਸ ਤੋਂ ਬੁਢਾਪੇ ਵਿੱਚ ਜਾ ਕੇ ਪੈਦਾ ਹੋਇਆ ਸੀ, ਉਸ ਨੂੰ ਪਰਮੇਸ਼ਵਰ ਨੇ ਬਲੀਦਾਨ ਕਰਨ ਲਈ ਕਿਹਾ। ਪਰਮੇਸ਼ਵਰ ਨੇ ਅਬਰਾਹਮ ਨੂੰ ਪਰਤਾਇਆ ਅਤੇ ਉਸ ਨੂੰ ਆਖਿਆ, ਹੇ ਅਬਰਾਹਮ। ਤਾਂ ਅੱਗੋਂ ਉਸਨੇ ਆਖਿਆ, ਮੈਂ ਹਾਜ਼ਰ ਹਾਂ। ਫਿਰ ਪਰਮੇਸ਼ਵਰ ਨੇ ਆਖਿਆ, ਤੂੰ ਆਪਣੇ ਪੁੱਤਰ ਨੂੰ, ਹਾਂ ਇਕਲੌਤੇ ਪੁੱਤਰ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈ, ਅਰਥਾਤ ਇਸਹਾਕ ਨੂੰ ਲੈ ਕੇ ਮੋਰੀਆ ਦੇਸ਼ ਨੂੰ ਚਲਾ ਜਾ ਤੇ ਉੱਥੇ ਇੱਕ ਪਹਾੜ ਉੱਤੇ, ਜਿਹੜਾ ਮੈਂ ਤੈਨੂੰ ਦੱਸਾਂਗਾ, ਉਸ ਉੱਤੇ ਹੋਮ ਬਲੀ ਕਰਕੇ ਚੜਾ। ਪਰਮੇਸ਼ਵਰ ਦੇ ਪਿਆਰਿਓ, ਹੋਮ ਬਲੀ ਦਾ ਮਤਲਬ ਪਰਮੇਸ਼ਵਰ ਨੂੰ ਦਿੱਤਾ ਜਾਣ ਵਾਲਾ ਚੜਾਵਾ। ਪਰਮੇਸ਼ਵਰ ਦੇ ਪਿਆਰਿਓ, ਬਾਈਬਲ ਸਾਨੂੰ ਦੱਸਦੀ ਹੈ ਕਿ ਅਬਰਾਹਮ ਨੂੰ ਇਸਹਾਕ ਪਰਮੇਸ਼ਵਰ ਨੇ 99 ਸਾਲ ਦੀ ਉਮਰ ਵਿੱਚ ਦਿੱਤਾ ਸੀ। ਅਬਰਾਹਮ ਇਸਹਾਕ ਨੂੰ ਬਹੁਤ ਪਿਆਰ ਕਰਦਾ ਸੀ ਤੇ ਇਸਹਾਕ ਹੀ ਉਹ ਪੁੱਤਰ ਸੀ ਜਿਸ ਦੇ ਦੁਆਰਾ ਪਰਮੇਸ਼ਵਰ ਨੇ ਆਪਣਾ ਵਾਅਦਾ, ਜੋ ਉਸਨੇ ਅਬਰਾਹਮ ਨਾਲ ਕੀਤਾ ਸੀ ਕਿ ਮੈਂ ਤੇਰੀ ਵੰਸ਼ ਨੂੰ ਆਕਾਸ਼ ਦੇ ਤਾਰਿਆਂ ਜਿੰਨੀ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂ ਅੱਤ ਵਧਾਵਾਂਗਾ। ਪਰ ਉਸੇ ਪੁੱਤਰ ਦਾ ਪਰਮੇਸ਼ਵਰ ਨੇ ਅਬਰਾਹਮ ਕੋਲੋਂ ਬਲੀਦਾਨ ਮੰਗ ਲਿਆ। ਇਹ ਬਲੀਦਾਨ ਅਬਰਾਹਮ ਦੀ ਸਿਰਫ ਪ੍ਰੀਖਿਆ ਸੀ, ਜਿਸ ਤੋਂ ਇਹ ਪਤਾ ਲੱਗਣਾ ਸੀ ਕਿ ਅਬਰਾਹਮ ਜਿਸ ਤਰ੍ਹਾਂ ਪਹਿਲਾਂ ਪਰਮੇਸ਼ਵਰ ਨੂੰ ਪਿਆਰ ਕਰਦਾ ਸੀ, ਕੀ ਹੁਣ ਵੀ ਉਸੇ ਤਰ੍ਹਾਂ ਹੀ ਪਿਆਰ ਕਰਦਾ ਹੈ, ਜਾਂ ਅਬਰਾਹਮ ਪਰਮੇਸ਼ਵਰ ਨਾਲੋਂ ਜ਼ਿਆਦਾ ਪਿਆਰ ਆਪਣੇ ਬੇਟੇ ਨੂੰ ਤਾਂ ਨਹੀਂ ਕਰਨ ਲੱਗ ਪਿਆ। ਇਸ ਘਟਨਾ ਵਿੱਚ ਅਸੀਂ ਅੱਗੇ ਵੇਖਦੇ ਹਾਂ ਕਿ ਪਰਮੇਸ਼ਵਰ ਦੇ ਕਹੇ ਅਨੁਸਾਰ ਅਬਰਾਹਮ ਸਵੇਰੇ ਉੱਠਿਆ ਤੇ ਆਪਣੇ ਗਧੇ ਤੇ ਕਾਠੀ ਕੱਸ ਕੇ ਆਪਣੇ 2 ਸੇਵਕਾਂ ਨੂੰ ਅਤੇ ਆਪਣੇ ਪੁੱਤਰ ਇਸਹਾਕ ਨੂੰ ਸੰਗ ਲੈ ਲਿਆ। ਫਿਰ ਹੋਮ ਬਲੀ ਦੇ ਲਈ ਲੱਕੜਾਂ ਲੈ ਕੇ ਉਸ ਸਥਾਨ ਵੱਲ ਤੁਰ ਪਿਆ ਜਿਸ ਬਾਰੇ ਪਰਮੇਸ਼ਵਰ ਨੇ ਅਬਰਾਹਮ ਨੂੰ ਕਿਹਾ ਸੀ। ਇੱਥੇ ਅਸੀਂ ਵੇਖਦੇ ਹਾਂ ਕਿ ਅਬਰਾਹਮ ਆਪਣੇ ਉਸ ਪੁੱਤਰ ਨੂੰ, ਜਿਸ ਤੋਂ ਉਸ ਦਾ ਵੰਸ਼ ਅੱਗੇ ਵਧਣ ਵਾਲਾ ਸੀ, ਉਸ ਨੂੰ ਵੀ ਬਲੀ ਕਰਨ ਤੋਂ ਪਿੱਛੇ ਨਹੀਂ ਹਟਿਆ ਤੇ ਪਰਮੇਸ਼ਵਰ ਦੀ ਦਿੱਤੀ ਆਗਿਆ ਅਨੁਸਾਰ ਕਰਨ ਲੱਗਾ। ਫਿਰ ਅਸੀਂ ਵੇਖਦੇ ਹਾਂ ਕਿ ਉਹ ਸਥਾਨ ਜਿੱਥੇ ਪਰਮੇਸ਼ਵਰ ਨੇ ਅਬਰਾਹਮ ਨੂੰ ਆਪਣਾ ਪੁੱਤਰ ਹੋਮ ਬਲੀ ਕਰਨ ਲਈ ਕਿਹਾ ਸੀ, ਪਹੁੰਚਣ ਵਿੱਚ 3 ਦਿਨ ਲੱਗੇ। ਤੀਸਰੇ ਦਿਨ ਅਬਰਾਹਮ ਨੇ ਉਸ ਸਥਾਨ ਨੂੰ ਦੂਰ ਤੋਂ ਦੇਖਿਆ ਤੇ ਆਪਣੇ ਸੇਵਕਾਂ ਨੂੰ ਕਿਹਾ, ਤੁਸੀਂ ਇੱਥੇ ਗਧੇ ਦੇ ਕੋਲ ਰੁਕੋ, ਮੈਂ ਤੇ ਮੇਰਾ ਪੁੱਤਰ ਥੋੜੀ ਦੂਰ ਅੱਗੇ ਜਾ ਕੇ ਉਪਾਸਨਾ ਕਰਕੇ ਤੁਹਾਡੇ ਕੋਲ ਵਾਪਿਸ ਮੁੜ ਆਵਾਂਗੇ। ਤਦ ਅਬਰਾਹਮ ਨੇ ਹੋਮ ਬਲੀ ਦੀਆਂ ਲੱਕੜਾਂ ਲੈ ਕੇ ਆਪਣੇ ਪੁੱਤਰ ਇਸਹਾਕ ਨੂੰ ਝੁਕਾ ਦਿੱਤੀਆਂ ਤੇ ਆਪਣੇ ਹੱਥ ਵਿੱਚ ਅੱਗ ਅਤੇ ਛੁਰੀ ਫੜ ਲਈ ਅਤੇ ਦੋਵੇਂ ਅੱਗੇ ਤੁਰ ਪਏ। ਫਿਰ ਇਸਹਾਕ ਕਹਿਣ ਲੱਗਾ, ਹੇ ਮੇਰੇ ਪਿਤਾ, ਹੋਮ ਬਲੀ ਲਈ ਅੱਗ ਤੇ ਲੱਕੜਾਂ ਤਾਂ ਹਨ, ਪਰ ਲੇਲਾ ਕਿੱਥੇ ਹੈ? ਅਬਰਾਹਮ ਨੇ ਆਖਿਆ, ਹੇ ਮੇਰੇ ਪੁੱਤਰ, ਪਰਮੇਸ਼ਵਰ ਹੋਮ ਬਲੀ ਲਈ ਲੇਲਾ ਆਪ ਹੀ ਦੇਵੇਗਾ। ਤੇ ਉਹ ਦੋਵੇਂ ਇਕੱਠੇ ਅੱਗੇ ਤੁਰਦੇ ਗਏ। ਪਰਮੇਸ਼ਵਰ ਦੇ ਪਿਆਰਿਓ, ਇੱਥੇ ਇੱਕ ਗੱਲ ਧਿਆਨ ਦੇਣ ਯੋਗ ਹੈ ਕਿ ਅਬਰਾਹਮ ਦਾ ਪਰਮੇਸ਼ਵਰ ਤੇ ਜੋ ਵਿਸ਼ਵਾਸ ਸੀ, ਉਹ ਉਸ ਦੇ ਸ਼ਬਦਾਂ ਤੋਂ ਪ੍ਰਗਟ ਹੁੰਦਾ ਹੈ, ਕਿਉਂਕਿ
ਅਬਰਾਹਮ ਨੂੰ ਤਾਂ ਪਤਾ ਸੀ ਕਿ ਉਸ ਨੂੰ ਆਪਣੇ ਬੇਟੇ ਨੂੰ ਹੀ ਹੋਮ ਬਲੀ ਦੇ ਰੂਪ ਵਿੱਚ ਭੇਂਟ ਕਰਨਾ ਹੈ, ਪਰ ਇਸਹਾਕ ਇਸ ਗੱਲ ਨੂੰ ਬਿਲਕੁਲ ਵੀ ਨਹੀਂ ਜਾਣਦਾ ਸੀ। ਫਿਰ ਵੀ ਅਬਰਾਹਮ ਨੇ ਇਸਹਾਕ ਨੂੰ ਉੱਤਰ ਦਿੱਤਾ ਕਿ ਪਰਮੇਸ਼ਵਰ ਆਪ ਹੀ ਹੋਮ ਬਲੀ ਲਈ ਲੇਲੇ ਦਾ ਇੰਤਜ਼ਾਮ ਕਰੇਗਾ। ਅਬਰਾਹਮ ਦੇ ਇਸ ਤਰ੍ਹਾਂ ਦੇ ਜਵਾਬ ਨੂੰ ਦੇਣ ਤੋਂ ਪਤਾ ਲੱਗਦਾ ਹੈ ਕਿ ਉਸ ਦਾ ਪਰਮੇਸ਼ਵਰ ਤੇ ਕਿੰਨਾ ਵਿਸ਼ਵਾਸ ਸੀ, ਤੇ ਇਹ ਜਵਾਬ ਆਪਣੇ ਪੁੱਤਰ ਨੂੰ ਉਸਨੇ ਪਰਮੇਸ਼ਵਰ ਤੇ ਵਿਸ਼ਵਾਸ ਕਰਕੇ ਹੀ ਦਿੱਤਾ ਸੀ। ਕਿਉਂਕਿ ਉਂਝ ਤਾਂ ਅਸੀਂ ਵੀ ਜਾਣ ਲਿਆ ਹੈ ਕਿ ਹੋਮ ਬਲੀ ਲਈ ਉਹਨਾਂ ਕੋਲ ਲੇਲਾ ਨਹੀਂ ਸੀ। ਇਸ ਲਈ ਪਰਮੇਸ਼ਵਰ ਦੇ ਪਿਆਰਿਓ, ਇੱਥੇ ਸਾਨੂੰ ਵੀ ਸਿੱਖਣ ਨੂੰ ਮਿਲਦਾ ਹੈ ਕਿ ਭਾਵੇਂ ਸਾਡੇ ਵੀ ਜੀਵਨ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਿਲਾਂ ਪਰੇਸ਼ਾਨੀਆਂ ਕਿਉਂ ਨਾ ਹੋਣ, ਹਮੇਸ਼ਾ ਸਾਡਾ ਵਿਸ਼ਵਾਸ ਪਰਮੇਸ਼ਵਰ ਤੇ ਹੋਣਾ ਚਾਹੀਦਾ ਹੈ, ਤੇ ਇਸ ਦੇ ਨਾਲ ਨਾਲ ਸਾਡਾ ਮੂੰਹ ਦਾ ਅੰਗੀਕਾਰ ਵੀ ਹਮੇਸ਼ਾ ਪੋਜ਼ਿਟਿਵ ਮਤਲਬ ਸਕਾਰਾਤਮਕ ਹੀ ਹੋਣਾ ਚਾਹੀਦਾ ਹੈ, ਤੇ ਕਦੇ ਵੀ ਨਕਾਰਾਤਮਕ ਸੋਚ ਨਾ ਤਾਂ ਸੋਚੋ ਤੇ ਨਾ ਹੀ ਬੋਲੋ। ਜਿਵੇਂ ਕਿ ਅਬਰਾਹਮ ਨੇ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਇਹੀ ਕਿਹਾ ਕਿ ਲੇਲੇ ਦਾ ਇੰਤਜ਼ਾਮ ਪਰਮੇਸ਼ਵਰ ਆਪ ਹੀ ਕਰਨਗੇ। ਫਿਰ ਇਸ ਦੇ ਬਾਅਦ ਉਹ ਦੋਵੇਂ ਉਸ ਸਥਾਨ ਤੇ ਪਹੁੰਚ ਗਏ ਜਿਹੜਾ ਪਰਮੇਸ਼ਵਰ ਨੇ ਅਬਰਾਹਮ ਨੂੰ ਦੱਸਿਆ ਸੀ। ਉੱਥੇ ਪਹੁੰਚ ਕੇ ਅਬਰਾਹਮ ਨੇ ਇੱਕ ਵੇਦੀ ਬਣਾਈ। ਵੇਦੀ ਬਣਾਉਣ ਤੋਂ ਬਾਅਦ ਅਬਰਾਹਮ ਨੇ ਆਪਣੇ ਪੁੱਤਰ ਇਸਹਾਕ ਨੂੰ ਬੰਨ੍ਹ ਕੇ ਵੇਦੀ ਉੱਤੇ ਲਿਟਾ ਦਿੱਤਾ। ਫਿਰ ਅੱਗੇ ਅਸੀਂ ਦੇਖਦੇ ਹਾਂ ਕਿ ਅਬਰਾਹਮ ਨੇ ਜਿਵੇਂ ਹੀ ਆਪਣਾ ਹੱਥ ਵਧਾ ਕੇ ਛੁਰੀ ਫੜੀ ਕਿ ਆਪਣੇ ਪੁੱਤਰ ਨੂੰ ਹੋਮ ਬਲੀ ਕਰਕੇ ਚੜਾਵੇ, ਤਦ ਉਸੇ ਸਮੇਂ ਆਕਾਸ਼ ਤੋਂ ਯਹੋਵਾ ਦੇ ਸਵਰਗਦੂਤ ਨੇ ਉਸ ਨੂੰ ਪੁਕਾਰ ਕੇ ਆਖਿਆ, ਹੇ ਅਬਰਾਹਮ, ਹੇ ਅਬਰਾਹਮ। ਤਾਂ ਅਬਰਾਹਮ ਨੇ ਉੱਤਰ ਦਿੱਤਾ, ਮੈਂ ਹਾਜ਼ਰ ਹਾਂ। ਤਦ ਯਹੋਵਾ ਦੇ ਦੂਤ ਨੇ ਆਖਿਆ, ਤੂੰ ਇਸ ਲੜਕੇ ਨੂੰ ਹੱਥ ਨਾ ਲਾਈਂ, ਨਾ ਹੀ ਉਸ ਨਾਲ ਕੁਝ ਕਰੀਂ। ਤੂੰ ਜੋ ਆਪਣੇ ਇਕਲੌਤੇ ਪੁੱਤਰ ਦਾ ਵੀ ਮੇਰੇ ਕਰਕੇ ਸਰਫਾ ਨਾ ਕੀਤਾ, ਇਸ ਤੋਂ ਮੈਂ ਜਾਣ ਗਿਆ ਹਾਂ ਕਿ ਤੂੰ ਪਰਮੇਸ਼ਵਰ ਤੋਂ ਡਰਦਾ ਹੈ। ਫਿਰ ਇਸ ਤੋਂ ਬਾਅਦ ਅਬਰਾਹਮ ਨੇ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ, ਉਹਦੇ ਪਿੱਛੇ ਇੱਕ ਲੇਲਾ ਸੀ ਜਿਸ ਦੇ ਸਿੰਗ ਝਾੜੀ ਵਿੱਚ ਫਸੇ ਹੋਏ ਸਨ। ਤਾਂ ਅਬਰਾਹਮ ਨੇ ਜਾ ਕੇ ਉਸ ਲੇਲੇ ਨੂੰ ਫੜ ਲਿਆ ਅਤੇ ਉਸ ਨੂੰ ਆਪਣੇ ਪੁੱਤਰ ਦੀ ਥਾਂ ਹੋਮ ਬਲੀ ਕਰਕੇ ਚੜਾਇਆ। ਫਿਰ ਅਬਰਾਹਮ ਨੇ ਉਸ ਸਥਾਨ ਦਾ ਨਾਮ ਯਹੋਵਾ ਜਿਰੇ ਰੱਖਿਆ, ਜਿਸ ਦਾ ਮਤਲਬ ਹੈ ਕਿ ਯਹੋਵਾ ਉਪਾਅ ਕਰੇਗਾ। ਤਦ ਦੂਜੀ ਵਾਰ ਯਹੋਵਾ ਦੇ ਦੂਤ ਨੇ ਅਬਰਾਹਮ ਨੂੰ ਪੁਕਾਰ ਕੇ ਆਖਿਆ, ਮੈਂ ਆਪਣੀ ਹੀ ਸਹੁੰ ਖਾਂਦਾ ਹਾਂ ਕਿ ਤੂੰ ਜੋ ਇਹ ਕੰਮ ਕੀਤਾ ਹੈ, ਆਪਣੇ ਪੁੱਤਰ ਸਗੋਂ ਇਕਲੌਤੇ ਪੁੱਤਰ ਦਾ ਵੀ ਸਰਫਾ ਨਾ ਕੀਤਾ, ਇਸ ਕਾਰਨ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ, ਤੇ ਤੇਰੇ ਅੰਸ਼ ਨੂੰ ਆਕਾਸ਼ ਦੇ ਤਾਰਿਆਂ ਵਾਂਗ ਤੇ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂ ਅੱਤ ਵਧਾਵਾਂਗਾ, ਤੇ ਧਰਤੀ ਦੀਆਂ ਸਾਰੀਆਂ ਕੌਮਾਂ ਤੇਰੇ ਅੰਸ਼ ਦੇ ਕਾਰਨ ਬਰਕਤ ਪਾਉਣਗੀਆਂ, ਕਿਉਂ ਜੋ ਤੂੰ ਮੇਰੀ ਆਗਿਆ ਨੂੰ ਮੰਨਿਆ ਹੈ। ਤਦ ਅਬਰਾਹਮ ਆਪਣੇ ਦਾਸਾਂ ਕੋਲ ਮੁੜ ਆਇਆ ਅਤੇ ਉਹ ਉੱਠ ਵਾਪਸ ਆਪਣੇ ਦੇਸ਼ ਆ ਗਏ। ਪਰਮੇਸ਼ਵਰ ਦੇ ਪਿਆਰਿਓ, ਇਸ ਤੋਂ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਜੇਕਰ ਅਸੀਂ ਵੀ ਸੋਚਦੇ ਹਾਂ ਕਿ ਅਸੀਂ ਪਰਮੇਸ਼ਵਰ ਨੂੰ ਬਹੁਤ ਪਿਆਰ ਕਰਦੇ ਹਾਂ, ਤਾਂ ਸਾਨੂੰ ਵੀ ਅਬਰਾਹਮ ਦੀ ਤਰ੍ਹਾਂ, ਜਿਵੇਂ ਉਸਨੇ ਪਰਮੇਸ਼ਵਰ ਦੀ ਆਗਿਆ ਨੂੰ ਮੰਨਿਆ, ਤਾਂ ਸਾਨੂੰ ਵੀ ਹਰ ਗੱਲ ਵਿੱਚ ਪਰਮੇਸ਼ਵਰ ਦੇ ਆਗਿਆਕਾਰ ਹੋਣਾ ਪਵੇਗਾ। ਅਤੇ ਇਹੀ ਸਾਡਾ ਪਰਮੇਸ਼ਵਰ ਨਾਲ ਪਿਆਰ ਹੈ ਕਿ ਅਸੀਂ ਉਸ ਦੀ ਹਰ ਇੱਕ ਗੱਲ ਨੂੰ ਮੰਨੀਏ। ਬਾਈਬਲ ਸਾਨੂੰ ਦੱਸਦੀ ਹੈ ਕਿ ਮੁੱਖ ਆਗਿਆ ਇਹੋ ਹੈ ਕਿ ਤੂੰ ਆਪਣੇ ਪ੍ਰਭੂ ਪਰਮੇਸ਼ਵਰ ਨਾਲ ਆਪਣੇ ਸਾਰੇ ਦਿਲ ਨਾਲ ਤੇ ਆਪਣੀ ਸਾਰੀ ਜਾਨ ਨਾਲ ਤੇ ਆਪਣੀ ਸਾਰੀ ਬੁੱਧ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ।
ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ, ਪਤੀ ਪਤਨੀ ਨੂੰ, ਪਤਨੀ ਪਤੀ ਨੂੰ ਪਰਮੇਸ਼ਵਰ ਨਾਲੋਂ ਜ਼ਿਆਦਾ ਪਿਆਰ ਕਰਦੇ ਹੋ ਤਾਂ ਤੁਸੀਂ ਵੀ ਪਰਮੇਸ਼ਵਰ ਤੋਂ ਦੂਰ ਹੁੰਦੇ ਜਾਵੋਗੇ। ਸੋ ਅੰਤ ਵਿੱਚ ਮੈਂ ਇਹੋ ਕਹਿਣਾ ਚਾਹੁੰਦੀ ਹਾਂ ਕਿ ਸਾਡਾ ਪਿਆਰ ਵੀ ਪਰਮੇਸ਼ਵਰ ਦੇ ਪ੍ਰਤੀ ਕਦੇ ਵੀ ਘਟਣਾ ਨਹੀਂ ਚਾਹੀਦਾ, ਸਗੋਂ ਅਸੀਂ ਪਰਮੇਸ਼ਵਰ ਦੇ ਪਿਆਰ ਵਿੱਚ ਸਦਾ ਵੱਧਦੇ ਜਾਈਏ। ਉਮੀਦ ਕਰਦੀ ਹਾਂ ਕਿ ਅਬਰਾਹਮ ਦੇ ਇਸ ਜੀਵਨ ਤੋਂ ਤੁਸੀਂ ਵੱਡੀ ਆਸ਼ੀਸ਼ ਨੂੰ ਪ੍ਰਾਪਤ ਕਰ ਲਿਆ ਹੈ। ਸੋ ਹੁਣ ਦੇ ਲਈ ਇੰਨਾ ਹੀ। ਪਰਮੇਸ਼ਵਰ ਪਿਤਾ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀ ਆਸ਼ੀਸ਼ ਅਤੇ ਬਹੁਤ ਸਾਰੀ ਬਰਕਤ ਦੇਣ। ਆਮੀਨ।